ਅਗਲਾ ਫਿਰ ਜਿੱਦਾਂ ਇਹ ਹੋ ਗਿਆ 78 ਵਾਲਾ ਹੈ ਨਾ ਵਾਰਦਾਤ ਹੋ ਗਈ, ਉਸ ਤੋਂ ਬਾਅਦ ਜਿਹੜਾ ਸਰਕਾਰ ਨੇ ਕਿਵੇਂ ਟੈਕਲ ਕੀਤਾ ਉੱਥੋਂ ਦਾ ਸ਼ੁਰੂ ਕਰ। ਦੇਖੋ ਜੀ, ਭਾਣਾ ਤਾਂ ਵਰਤ ਗਿਆ। 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ, ਜਿਹੜਾ ਕਿ ਦਰਬਾਰ ਸਾਹਿਬ ਤੋਂ ਬਿਲਕੁਲ ਨਜ਼ਦੀਕ ਹੈ ਔਰ ਅੰਮ੍ਰਿਤਸਰ ਦੇ ਵਿੱਚ ਹੀ ਹੈ, ਉੱਥੇ ਬੜਾ ਵੱਡਾ ਕਾਂਡ ਹੋਇਆ ਸੀ। ਬਹੁਤ ਸਾਰੇ ਸੈਂਕੜੇ ਲੋਕ ਮਾਰੇ ਗਏ। ਉਹ ਅੰਗਰੇਜ਼ ਦੀ ਸਰਕਾਰ ਸੀ। 78 ਦੇ ਵਿੱਚ ਜਿਹੜਾ ਕਾਂਡ ਹੋਇਆ, ਉਹਦੀ ਤੁਲਨਾ ਜਲਿਆਂਵਾਲਾ ਬਾਗ ਦੇ ਕਾਂਡ ਨਾਲ ਵੀ ਕੀਤੀ ਜਾਣ ਲੱਗ ਪਈ, ਕਿਉਂਕਿ ਮੁੱਦਾ ਬਹੁਤ ਵੱਡਾ ਸੀ ਔਰ ਇਹ ਭਖਣਾ ਸ਼ੁਰੂ ਹੋ ਗਿਆ। ਹੁਣ ਇਹਦੇ ਵਿੱਚ ਥੱਲਿਓਂ ਹਵਾ ਜਿਹੜੀ ਹੈ, ਉਹ ਹਰ ਸਿਆਸੀ ਦਲ ਉਹਦੀ ਹਵਾ ਆਪਣੇ ਆਪਣੇ ਤਰੀਕੇ ਨਾਲ ਦੇ ਰਿਹਾ ਸੀ ਔਰ ਭੱਠੀ ਜਿਹੜੀ ਸੀ ਉਹਨੂੰ ਗਰਮ ਕੀਤਾ ਜਾ ਰਿਹਾ ਸੀ, ਉਬਾਲਿਆ ਜਾ ਰਿਹਾ ਸੀ। ਕਾਂਗਰਸ ਦੇ ਹੱਥ, ਜਿੱਦਾਂ ਕਹਿੰਦੇ ਨਾ ਕਿ ਅੰਨੇ ਦੇ ਹੱਥ ਬਟੇਰ ਆ ਗਿਆ, ਜਾਂ ਅੰਨੇ ਦੇ ਪੈਰ ਥੱਲੇ ਬਟੇਰ ਆ ਗਿਆ, ਜੋ ਵੀ ਫਰੇਜ਼ ਹੈ, ਉਹ ਚੀਜ਼ ਹੋ ਗਈ। ਅੱਛਾ, ਇਹ 77 ਦੀ ਘਟਨਾ ਸੀ। 77 ਚੱਲਦੇ 78 ਦੀ ਅਪ੍ਰੈਲ ਦੀ। 78 ਅਪ੍ਰੈਲ ਤੋਂ ਬਾਅਦ ਇਸ ਮਸਲੇ ਨੇ ਨਵੇਂ ਰੂਪ ਲੈਣੇ ਸ਼ੁਰੂ ਕਰਤੇ। ਨਵੀਆਂ ਮੈਸੇਜ, ਹਰ ਕਿਸਮ ਦੀ ਅਫਵਾਹ ਔਰ ਹਰ ਕਿਸਮ ਦੇ ਚਰਚੇ ਔਰ ਕਹਾਣੀਆਂ ਦਾ ਬਾਜ਼ਾਰ ਜਿਹੜਾ ਸੀ ਉਹ ਗਰਮ ਸੀ। ਇਹਦੇ ਵਿੱਚ ਇੱਕ ਮੈਸੇਜ ਜਿਹੜਾ ਸੀ ਉਹ ਇਹ ਗਿਆ ਔਰ ਦਿੱਤਾ ਗਿਆ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਕਿ ਸਿੱਖਾਂ ਨੂੰ ਹਿੰਦੁਸਤਾਨ ਦੇ ਵਿੱਚ ਦੂਜੇ ਦਰਜੇ ਦੇ ਨਾਗਰਿਕ ਸਮਝਿਆ ਜਾਂਦਾ। ਇਸ ਘਟਨਾ ਨੂੰ ਲੈ ਕੇ ਕਿ ਗੁਰੂ ਗ੍ਰੰਥ ਸਾਹਿਬ ਦਾ ਅਨਾਦਰ ਕਰਨ ਵਾਲੇ ਜਾਂ ਉਹਨਾਂ ਨੂੰ ਹੀ ਰੱਖ ਕੇ ਤੇ ਉਹਨਾਂ ਤੋਂ ਉੱਪਰ ਬੈਠ ਕੇ ਉਪਦੇਸ਼ ਦੇਣ ਵਾਲੇ ਨਿਰੰਕਾਰੀ ਜਿਹੜੇ ਆ, ਉਹਨਾਂ ਨੂੰ ਇਸ ਦੇਸ਼ ਦੀ ਸਰਕਾਰ ਨੇ ਔਰ ਇਸ ਪ੍ਰਦੇਸ਼ ਦੀ ਸਰਕਾਰ ਨੇ ਸ਼ੈਲਟਰ ਕੀਤਾ। ਉਸ ਮਾਮਲੇ ਦੀ ਜਿਹੜੀ ਜਾਂਚ ਸੀ, ਉਸ ਜਾਂਚ ਤੋਂ ਬਚਣ ਲਈ ਨਿਰੰਕਾਰੀ ਮਿਸ਼ਨ ਨੇ ਇਹ ਇੱਕ ਆਫੀਸ਼ੀਅਲ ਲੈਟਰ ਦਿੱਤਾ ਕਿ ਜੀ ਪੰਜਾਬ ਦੇ ਵਿੱਚ ਸਾਨੂੰ ਇਨਸਾਫ ਦੀ ਉਮੀਦ ਨਹੀਂ ਹੈ, ਇਸ ਕਰਕੇ ਸਾਡਾ ਕੇਸ ਹਰਿਆਣਾ ਦੀ ਜਾਂ ਪੰਜਾਬ ਤੋਂ ਬਾਹਰ ਦੀ ਕਿਸੇ ਅਦਾਲਤ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਠੀਕ ਹੈ ਜੀ। ਔਰ ਉਹ ਇੱਕ ਐਸੀ ਮੰਗ ਸੀ ਜਿਹੜੀ ਲੀਗਲੀ ਕੀਤੀ ਜਾ ਸਕਦੀ ਸੀ ਔਰ ਮੰਨ ਲਈ ਗਈ। ਹੁਣ ਜੋ ਹੁੰਦਾ ਗਿਆ ਉਹਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਸ਼ਬਦਾਂ 'ਚ ਟਰਾਂਸਲੇਟ ਕਰਕੇ ਉਹਦਾ ਆਪਣਾ ਅਰਥ ਦੱਸਦੇ ਨੇ। ਉਹਨੇ ਕਿਹਾ ਜੀ ਇਹ ਸਿੱਖਾਂ ਦੇ ਨਾਲ ਗੁਲਾਮੀ ਦਾ ਵਿਵਹਾਰ ਹੁੰਦਾ ਦੂਜਾ ਸਬੂਤ ਹੈ ਕਿ ਪੰਜਾਬ ਤੋਂ ਚੱਕ ਕੇ ਕੇਸ ਹਰਿਆਣੇ 'ਚ ਹੈਂਡਲ ਕਰ ਦਿੱਤਾ। ਹੁਣ ਉਸ ਕੇਸ ਦੇ ਵਿੱਚ ਚਸ਼ਮਦੀਦ ਗਵਾਹ ਦੇ ਤੌਰ 'ਤੇ ਜੀਵਨ ਸਿੰਘ ਉਮਰਾਨੰਗਲ, ਮਾਲ ਮੰਤਰੀ ਪੰਜਾਬ, ਔਰ ਲਾਲਾ ਜਗਤ ਨਾਇਕ, ਪੰਜਾਬ ਕੇਸਰੀ ਗਰੁੱਪ ਦੇ ਜਿਹੜੇ ਉਸ ਦੇ ਐਡੀਟਰ ਸੀ, ਇਹ ਪੇਸ਼ ਹੋਏ ਔਰ ਇਹਨਾਂ ਨੇ ਉੱਥੇ ਜਿਹੜੀ ਗਵਾਹੀ ਦਿੱਤੀ ਉਹਦੇ ਦਮ 'ਤੇ ਜਿਹੜਾ ਕੇਸ ਸੀ ਉਹ 13 ਬੰਦੇ ਜਿਹੜੇ ਮਾਰੇ ਗਏ ਸੀ ਉਹ ਕੇਸ ਡਿਸਮਿਸ ਹੋ ਗਿਆ। ਇਹ ਇੱਕ ਹੋਰ ਨਵਾਂ ਮੋਰਚਾ ਸੀ, ਇੱਕ ਨਵਾਂ ਮੁੱਦਾ ਸੀ ਕਿ ਦੇਖੋ ਜੀ ਸਾਡੇ ਸਿੰਘ ਸ਼ਹੀਦ ਕੀਤੇ, ਸਾਡੇ ਸ਼ਹਿਰ 'ਚ ਆ ਕੇ ਇਹਨਾਂ ਨੇ ਬਦਮਾਸ਼ੀ ਕੀਤੀ, ਸਾਡੇ ਪੰਜਾਬ 'ਚ ਆ ਕੇ ਬਦਮਾਸ਼ੀ ਕੀਤੀ ਔਰ ਇਹਨਾਂ ਨੂੰ ਹਰਿਆਣੇ 'ਚ ਆ ਕੇ ਮਾफ़ ਕਰ ਦਿੱਤਾ ਗਿਆ। ਕਾਨੂੰਨ ਦੀਆਂ ਨਜ਼ਰਾਂ ਦੇ ਹਿਸਾਬ ਦੇ ਨਾਲ ਵੀ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ, ਜਦ ਕਿ ਸਾਡੇ ਜਿਹੜੇ ਮਾਰੇ ਗਏ ਆ ਉਹਨਾਂ ਦਾ ਹੱਥ ਨਾਰਾ ਮਾਰਨ ਵਾਲਾ ਕੌਣ ਜੁਮਿਆ। ਹਾਲਾਤ ਐਸੇ ਬਣਦੇ ਗਏ ਔਰ ਉਹਨੂੰ ਉਸ ਤਰੀਕੇ ਨਾਲ ਉਹਦੀ ਵਿਆਖਿਆ ਜਿਹੜੀ ਸੀ ਉਹ ਲਗਾਤਾਰ ਹੁੰਦੀ ਰਹੀ, ਜਿਹਦੇ ਨਾਲ ਮਾਹੌਲ 'ਚ ਗਰਮੀ, ਮਾਹੌਲ 'ਚ ਤਲਖੀ ਆਉਣੀ ਸ਼ੁਰੂ ਹੋ ਗਈ। ਦੇਖੋ, ਸਿੱਖ ਪੰਥ ਦੇ ਜਿਹੜੇ ਜਾਣਕਾਰ ਹੈ ਉਹ ਜਾਣਦੇ ਆ ਕਿ ਸਿੱਖ ਧਰਮ ਕਿਉਂਕਿ ਬਹੁਤ ਪੁਰਾਣਾ ਨਹੀਂ ਹੈ, ਇਸ ਕਰਕੇ ਉਹਦੇ ਵਿੱਚ ਕਾਫੀ ਹੱਦ ਤੱਕ ਉਹ ਕੁਰੀਤੀਆਂ ਨਹੀਂ ਹੈ ਜਿਹੜੀਆਂ ਲੰਬੇ ਸਮੇਂ ਤੋਂ ਜਿਹੜੇ ਲੰਬੇ ਦੌਰ ਵਾਲੇ ਧਰਮ ਹੈ ਉਹਨਾਂ 'ਚ ਆਈਆਂ। ਲੇਕਿਨ ਸਿੱਖ ਆਪਣੇ ਧਰਮ ਨੂੰ ਲੈ ਕੇ ਭਾਵੁਕ ਬਹੁਤ ਜ਼ਿਆਦਾ ਹੈ। ਇਹ ਇੱਕ ਹਾਰਡ ਫੈਕਟ ਹੈ, ਇਹਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਔਰ ਇਸੇ ਚੀਜ਼ ਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਫਾਇਦਾ ਮਿਲਿਆ, ਉਹਨਾਂ ਦੀ ਫੋਲੋਵਿੰਗ ਵਧੀ। ਜਦੋਂ ਉਹਨਾਂ ਨੇ ਦੇਖਿਆ ਕਿ ਇਸ ਕਿਸਮ ਦੇ ਬਿਆਨ ਦੇਣ ਦੇ ਨਾਲ ਸੰਗਤਾਂ ਵਧ ਰਹੀਆਂ, ਲੋਕੀ ਜ਼ਿਆਦਾ ਕਾਰ ਕਰ ਰਹੇ, ਫੋਲੋਵਿੰਗ ਵਧ ਰਹੀ ਹੈ, ਤੇ ਉਹਨਾਂ ਦੀ ਚੜ੍ਹਤ ਜਿਹੜੀ ਹੈ ਉਹ ਸ਼ੁਰੂ ਹੋ ਗਈ। ਔਰ ਉਹ ਆਪਣੇ ਆਪ ਹੀ ਦੇਖੋ, ਗੱਲ ਸੁਣੋ, ਇੱਕ ਇਨਾਮ ਸੰਤ ਜਿਹੜਾ ਕਿ ਆਪਣੇ ਬਚਪਨ ਤੋਂ ਹੀ 7 ਭਰਾਵਾਂ ਦਾ ਸਭ ਤੋਂ ਛੋਟਾ ਸੀ,
ਔਰ ਉਹਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਭੇਜ ਦਿੱਤਾ ਗਿਆ ਸੀ ਪਿਤਾ ਵੱਲੋਂ, ਕਿਉਂਕਿ ਜ਼ਮੀਨ ਇੰਨੀ ਨਹੀਂ ਸੀ ਕਿ 7 ਪੁੱਤਾਂ ਦਾ ਭਾਰ ਚੱਲ ਸਕਦੀ। ਇੱਕ ਦਾ ਭਾਰ ਘਟਾ ਦਿੱਤਾ ਗਿਆ ਔਰ ਉਹ ਦਮਦਮੀ ਟਕਸਾਲ ਦੇ ਵਿੱਚ ਪਲੇ ਬੜੇ। ਉਹਨਾਂ ਦੀ ਦੀਕਸ਼ਾ ਜਿਹੜੀ ਹੋਈ ਉਹ ਸਾਰੀ ਸਿੱਖੀ ਦੇ ਕੇਂਦਰਿਤ ਸੀ, ਸਾਰੀ ਗੁਰਬਾਣੀ ਦੇ ਕੇਂਦਰਿਤ ਸੀ। ਔਰ ਉਸ ਲਿਹਾਜ਼ ਨਾਲ ਉਹ ਇੱਕ ਸੱਚੇ ਸੁੱਚੇ ਸਿੱਖ ਸੀ। ਔਰ ਉਹਨਾਂ ਦੀ ਸੋਚ ਵਿੱਚ ਚੂੰਕਿ ਜਿਹੜੀ ਤਲਖੀ ਸੀ ਉਹ ਵੀ ਸਿੱਖ ਫਲਸਫੇ ਦੇ ਵਿੱਚ ਕਈ ਜਗ੍ਹਾ 'ਤੇ ਮਿਲਦੀ ਹੈ। ਉਹ ਕੋਈ ਨਵੇਕਲੀ ਚੀਜ਼ ਨਹੀਂ ਸੀ। ਉਹ ਅਕਸਰ ਹੀ ਦੇਖਿਆ ਜਾਂਦਾ ਕਿ ਇਸ ਕਿਸਮ ਦੀ ਤਲਖੀ ਵੀ ਸਿੱਖਾਂ ਦਾ ਇੱਕ ਆਪਣਾ ਹੀ ਸਟਾਈਲ ਹੈ। ਅਤੇ ਉਹਦੇ ਚੱਲਦੇ ਉਹ ਮਸਲਾ ਗਰਮ ਹੁੰਦਾ, ਭਖਦਾ ਕਿਤੇ ਨਾ ਕਿਤੇ ਪਹੁੰਚ ਗਿਆ। ਇਹ ਸਾਰੇ ਸਿਲਸਿਲੇ ਤੋਂ ਬਾਅਦ ਜਦੋਂ ਕੋਰਟ ਦਾ ਆਰਡਰ ਆ ਗਿਆ ਤਾਂ ਉਸ ਤੋਂ ਬਾਅਦ ਲਾਲਾ ਜਗਤ ਰੈਣ ਦਾ ਮਰਡਰ ਹੋਇਆ। ਠੀਕ ਹੈ ਜੀ। ਲਾਲਾ ਜੀ ਦਾ ਮਰਡਰ ਜਿਹੜਾ ਸੀ ਉਹ ਇੱਕ ਐਸੀ ਘਟਨਾ ਹੈ ਜਿਹਨੂੰ ਅੱਤਵਾਦ ਦੇ ਦੌਰ 'ਤੇ ਪਹਿਲੀ ਗੋਲੀ ਚੱਲੀ ਜਿਹੜੀ ਆ ਉਹ ਕਿਹਾ ਜਾ ਸਕਦਾ ਕਿ ਫਸਟ ਜਿਹੜੀ ਗੋਲੀ ਅੱਤਵਾਦ ਦੇ ਤੌਰ ਦੀ ਪਹਿਲੀ ਗੋਲੀ ਚੱਲੀ ਸੀ ਉਹ 'ਚ ਲਾਲਾ ਜਗਤ ਰੈਣ ਜੀ ਨੂੰ ਕਤਲ ਕੀਤਾ ਗਿਆ। ਫਿਲੌਰ ਦੇ ਕੋਲ ਲੱਡੂਵਾਲ ਦੇ ਨੇੜੇ ਉੱਥੇ ਉਹਨਾਂ ਨੂੰ ਗੋਲੀ ਮਾਰੀ ਗਈ ਸੀ। ਇਸ ਸਿਲਸਿਲੇ ਨੂੰ ਅਸੀਂ ਅਗਰ ਥੋੜ੍ਹਾ ਜਿਹਾ ਓਵਰਵਿਊ ਕਰਕੇ ਦੇਖਣਾ ਹੋਏ ਨਾ ਤਾਂ ਕੁਝ ਐਸੇ ਮੁੱਦੇ ਉੱਭਰ ਗਏ। ਸਿੱਖਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਵਾਲੀ ਜਿਹੜੀ ਗੱਲ ਸੀ ਉਹ ਇਸ ਲੈਵਲ ਤੱਕ ਉਠਾਈ ਗਈ। ਸਿੱਖਾਂ ਨਾਲ ਹੋਈ ਜਾਤੀ ਦੀ ਗੱਲ ਇੰਨੇ ਲੈਵਲ ਨਾਲ ਉਠਾਈ ਗਈ ਕਿ ਇੱਕ ਘਟਨਾ ਨੂੰ ਜਾਂ 2 ਘਟਨਾਵਾਂ ਨੂੰ ਉਹ ਚੱਕ ਕੇ ਪੂਰੇ ਸਾਰੇ ਸਿਨੈਰੀਓ ਦੇ ਵਿੱਚ ਇੱਦਾਂ ਫਿੱਟ ਕਰਤਾ ਗਿਆ ਕਿ ਜਿੱਦਾਂ ਇਹਨਾਂ ਦੋਨਾਂ ਘਟਨਾਵਾਂ ਤੋਂ ਇਲਾਵਾ ਕੁਝ ਹੋਰ ਹੋਇਆ ਹੀ ਨਹੀਂ। ਠੀਕ ਹੈ ਜੀ। ਹੁਣ ਉਹਨਾਂ ਨੂੰ ਸਵਾਲ ਕਰਨ ਵਾਲੇ ਕਹਿੰਦੇ ਸੀ ਵੀ ਸਿੱਖ ਦੂਜੇ ਦਰਜੇ ਦੇ ਨਾਗਰਿਕ ਕਿੱਦਾਂ? ਉਹ ਕਹਿੰਦੇ ਦੇਖ ਲਓ ਸਾਡੇ ਬੰਦੇ ਮਾਰੇ ਗਏ, ਕੋਰਟ ਨੇ ਛੱਡਤੇ ਉਹਨੂੰ ਸਾਰੇ ਸ਼ਰੇਆਮ। ਅਗਲੇ ਮੰਨੇ ਕਿ ਅਸੀਂ ਗੋਲੀ ਚਲਾਈ ਹੈ, ਦੇਖਣ ਵਾਲੇ ਕਹਿੰਦੇ ਗੋਲੀ ਚਲਾਈ ਹੈ, ਇਸ ਕਰਕੇ ਅਸੀਂ ਗੁਲਾਮ ਹਾਂ। ਵਿਆਖਿਆ ਜਿਹੜੀ ਕੀਤੀ ਜਾ ਰਹੀ ਸੀ। ਫਿਰ ਕੋਈ ਕਹਿਣ ਵਾਲਾ ਕਹਿੰਦਾ ਸੀ ਕਿ ਜੀ ਗਿਆਨੀ ਜੈਲ ਸਿੰਘ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹ ਤਾਂ ਸਿੱਖ ਹੈ। ਉਹ ਕਹਿੰਦੇ ਸੀ ਉਹ ਇੰਦਰਾ ਦਾ ਸਿੱਖ ਹੈ, ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ ਹੈ। ਹੁਣ ਗੱਲ ਇਹ ਹੈ ਕਿ ਜਿਸ ਵਿਅਕਤੀ ਨੇ ਚੀਫ ਮਿਨਿਸਟਰ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਮਾਰਗ ਦੀ ਸਥਾਪਨਾ ਕੀਤੀ ਹੋਵੇ, ਤੁਸੀਂ ਉਹਨੂੰ ਵੀ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਾ ਕਹੋ ਔਰ ਅੱਗੋਂ ਕੋਈ ਬੋਲਣ ਵਾਲਾ ਨਾ ਹੋਵੇ ਅਤੇ ਤਰਕ ਜਿਹੜੇ ਹੈ ਗਲੇ ਥੱਲੇ ਉਤਰ ਜਾਂਦੇ ਸਧਾਰਨ ਲੋਕਾਂ ਦੇ ਵੀ ਹਾਂ ਠੀਕ ਕਹਿੰਦੇ ਪਏ ਜੀ, ਉਹ ਤਾਂ ਇੰਦਰਾ ਦਾ ਸਿੱਖ ਹੈ। ਹੁਣ ਮੈਂ ਇਸ ਮਾਮਲੇ ਦੇ ਵਿੱਚ ਇੱਥੇ ਇੱਕ ਗੱਲ ਕਰਨਾ ਚਾਹੁੰਦਾ ਕਿ 1947 ਤੋਂ ਲੈ ਕੇ ਅੱਜ 2021 ਦੇ ਵਿੱਚ ਅਸੀਂ ਚੱਲਦੇ ਪਏ। ਕਿੰਨੇ ਸਾਲ ਹੋ ਗਏ? ਖੂਬ ਲੰਬੇ ਚੌੜੇ ਸਾਲ ਹੋ ਗਏ। 53 1 ਤੇ 21 1, ਠੀਕ ਹੈ ਜੀ। 74 ਸਾਲ। 74 ਸਾਲ ਦੇ ਵਿੱਚ 1966 ਤੱਕ, 1947 ਤੋਂ 60 ਤੱਕ ਸਮਝ ਲਓ ਤੁਸੀਂ, ਕਿਉਂਕਿ 66 ਤੱਕ ਵੈਸੇ 66 ਤੋਂ ਬਾਅਦ ਕੋਈ ਵੀ ਨੌਨ ਸਿੱਖ ਚੀਫ ਮਿਨਿਸਟਰ ਨਹੀਂ ਬਣਿਆ। 66 ਤੋਂ ਪਹਿਲਾਂ 8 ਸਾਲ ਤੱਕ, ਠੀਕ ਹੈ ਨਾ। ਕੈਰੋਂ ਸਾਹਿਬ, ਪ੍ਰਤਾਪ ਸਿੰਘ ਕੈਰੋਂ ਨਹੀਂ, 8 ਸਾਲ ਚੀਫ ਮਿਨਿਸਟਰ 2 ਵਾਰੀ। ਔਰ 66 ਤੋਂ ਬਾਅਦ ਕੋਈ ਵੀ ਗੈਰ ਸਿੱਖ ਚੀਫ ਮਿਨਿਸਟਰ ਨਹੀਂ ਰਿਹਾ। ਅਤੇ ਕਿੱਥੇ ਇਹ ਗੱਲ ਕਿਤੇ ਹਜਮ ਨਹੀਂ ਨਾ ਹੋਣ ਵਾਲੀ। ਪਰ ਜਦੋਂ ਤਰਕ ਨੂੰ ਧਰਮ ਦਾ ਤੜਕਾ ਲਾਇਆ ਜਾਏ ਔਰ ਕਹਿਣ ਵਾਲੇ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਜੋਸ਼, ਅਕਰੋਸ਼ ਔਰ ਸਭ ਕੁਝ ਹੀ ਸ਼ਾਮਿਲ ਹੋਵੇ ਔਰ ਉਹਨੂੰ ਸੁਣਨ ਲਈ, ਉਹਨੂੰ ਪ੍ਰਚਾਰ ਦੇਣ ਵਾਸਤੇ ਲੋਕੀ ਪੱਬਾਂ ਭਾਰ ਬੈਠੇ ਹੋਣ, ਅਤੇ ਉਦੋਂ ਫਿਰ ਸੱਚ ਝੂਠ ਕੋਈ ਇਸ ਗੱਲ ਦਾ ਨਹੀਂ ਹੁੰਦਾ। ਉਦੋਂ ਹੁੰਦਾ ਵੀ ਜੋ ਕਹਿ ਦਿੱਤਾ ਸੰਤਾਂ ਨੇ ਠੀਕ ਹੈ, ਠੀਕ ਹੈ ਨਾ। ਸੰਤਾਂ ਨੇ ਆਪਣੇ ਤੌਰ 'ਤੇ ਇਸ ਸਾਰੇ ਮਾਮਲੇ ਦੇ ਵਿੱਚ ਸਿੱਖ ਪੰਥ ਨੂੰ ਦੀ ਜਿਹੜੀ ਵਿਆਖਿਆ ਕੀਤੀ ਉਹ 'ਚ ਐਂ ਲੱਗਦਾ ਸੀ ਕਿ ਜਿਹਨੂੰ ਵੀ ਇਹ ਸਿੱਖ ਨਹੀਂ ਮੰਨਦੇ ਜਾਂ ਜਿਹੜੇ ਇਹਨਾਂ ਦੇ ਵਿਰੋਧੀ ਹੈ ਉਹ ਸਿੱਖ ਨਹੀਂ ਹੈ, ਸਿੱਖ ਹੋ ਕੇ ਵੀ, ਔਰ ਜਿਹੜੇ ਇਹਨਾਂ ਦੀ ਗੱਲ ਮੰਨਦੇ ਉਹ ਸਿੱਖ ਹੈ। ਉਸ ਵੇਲੇ ਇਹ ਗੱਲ ਵੀ ਚਰਚਾ 'ਚ ਹੁੰਦੀ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੈ ਜਾਂ ਇਹ ਭਿੰਡਰਾਂਵਾਲੇ ਦੇ ਸਿੱਖ ਹੈ ਜਾਂ ਇਹ ਇੰਦਰਾ ਦੇ ਸਿੱਖ ਹੈ। ਸਵਾਲ ਤਾਂ ਇਹ ਹੈ ਕਿ ਐਸੀ ਵਿਆਖਿਆ, ਐਸੀ ਕਲਪਨਾ ਜਿਹੜੀ ਹੈ ਉਹ ਡੈਫੀਨੇਟਲੀ ਕਿ ਜਿਹੜੀ ਸਮਾਜ ਦੇ ਵਿੱਚ ਘਿਰਣਾ ਹੈ ਉਹ 'ਚ ਵਾਧਾ ਕਰਦੀ ਹੈ। ਔਰ ਉਸ ਘਿਰਣਾ ਦੇ ਕਰਕੇ ਜਾਂ ਉਸ ਮਾਹੌਲ ਦੇ ਕਰਕੇ
ਐਸੇ ਬਹੁਤ ਸਾਰੇ ਹਜ਼ਾਰਾਂ ਲੱਖਾਂ ਭੋਲੇ ਭਾਲੇ ਲੋਕ ਹੁੰਦੇ ਆ ਜਿਹੜੇ ਇੱਕ ਲਾਈਨ ਦੇ ਮਗਰ ਤੁਰ ਪੈਂਦੇ ਆ, ਉਹਨਾਂ ਨੂੰ ਅਤਾ ਪਤਾ ਨਹੀਂ ਹੁੰਦਾ ਵੀ ਉਹ ਕਿੱਧਰ ਜਾਂਦੇ ਪਏ ਆ, ਕਿਉਂ ਜਾਂਦੇ ਪਏ ਆ। ਇੱਕ ਚੀਜ਼ ਨੂੰ ਅਗਰ ਉਹਨਾਂ ਨੂੰ ਸਮਝ ਆ ਗਈ, ਫੋਲੋ ਕਰ ਗਏ ਤਾਂ ਤੁਰ ਗਏ। ਠੀਕ ਹੈ ਨਾ। ਦਿਨ ਬ ਦਿਨ ਘਟਨਾਵਾਂ ਸ਼ੁਰੂ ਹੋ ਗਈਆਂ ਔਰ ਪਿੰਡਰਾਂ ਵਾਲਿਆਂ ਦਾ ਜਿਹੜਾ ਸੀ ਚਰਚਾ ਉਹ ਵੱਧਦਾ ਗਿਆ। ਖਾਸ ਤੌਰ 'ਤੇ ਚੰਦੋ ਕਲਾਂ ਵਿੱਚ ਜਿਹੜਾ ਕਾਂਡ ਹੋਇਆ, ਉਹ ਲਾਲਾ ਜਗਨ ਸਿੰਘ ਦੀ ਜਿਹੜੀ ਮਰਡਰ ਸੀ, ਉਹਦੀ FIR ਪਿੰਡਾਂ ਵਾਲਿਆਂ ਦਾ ਨਾਮ ਸ਼ਾਮਿਲ ਕੀਤਾ ਗਿਆ। ਉਹਨੂੰ ਉਕਸਾਉਣ ਵਾਸਤੇ ਕਿਹਾ ਗਿਆ ਕਿ ਇਹਨਾਂ ਨੇ ਕਰਵਾਇਆ। ਔਰ ਉਹਦੇ ਬਿਹਾਫ 'ਤੇ ਚੰਦੋ ਕਲਾਂ ਦੇ ਵਿੱਚ ਪਤਾ ਲੱਗਾ ਕਿ ਉੱਥੇ ਸੰਤਾਂ ਦਾ ਕੋਈ ਸਮਾਗਮ ਹੈ। ਉੱਥੇ ਪੁਲਿਸ ਨੇ ਰੇਡ ਕੀਤੀ, ਹਰਿਆਣੇ 'ਚ ਪੈਂਦਾ, ਅਤੇ ਉੱਥੋਂ ਸੰਤ ਜਰਨੈਲ ਸਿੰਘ ਨਿਕਲ ਆਏ ਸੀ। ਮਾਘ ਟੱਲੀ ਨੂੰ ਕੁਲਦੀਪ ਨਈਅਰ ਨੇ ਕਨਫਰਮ ਕੀਤਾ ਕਿ ਉਸ ਵੇਲੇ ਹਰਿਆਣੇ ਦੇ ਚੀਫ ਮਿਨਿਸਟਰ ਭਜਨ ਲਾਲ ਨੇ ਗਿਆਨੀ ਜੀ ਦੇ ਕਹਿਣ 'ਤੇ ਇਹ ਦੇਖ ਕੇ ਕਿ ਪੁਲਿਸ ਆ ਰਹੀ ਹੈ ਅਤੇ ਇਹ ਫਸ ਜਾਣਗੇ, 2 ਸਰਕਾਰੀ ਗੱਡੀਆਂ ਭੇਜੀਆਂ ਜਿਨ੍ਹਾਂ ਦੇ ਚੰਦੋ ਕਲਾਂ ਤੋਂ ਬੈਠ ਕੇ ਅਤੇ ਮਹਿਤਾ ਚੌਕ ਸੰਤ ਜੀ ਨੂੰ ਸੇਫਲੀ ਪਹੁੰਚਾਇਆ ਗਿਆ। ਇਹ ਮਾਘ ਟੱਲੀ ਦੀ ਰਿਪੋਰਟ ਹੈ ਔਰ ਉਹ ਕਨਫਰਮ ਜਿਹੜੀ ਹੈ ਉਹ ਕੁਲਦੀਪ ਨਈਅਰ ਕਰਦੇ ਆ ਔਰ ਉਹਨਾਂ ਦੀ ਕਿਤਾਬ ਵਿੱਚ ਵੀ ਇਹ ਚੀਜ਼ ਦਰਜ ਹੈ। ਭਜਨ ਲਾਲ ਜਿਹੜਾ ਸੀ ਉਹ ਖਿਲਾੜੀ ਸੀ ਸਿਆਸਤ ਦਾ, ਜਿਹੜਾ ਭਾਰਤ ਦੇ ਇਤਿਹਾਸ ਵਿੱਚ ਨਹੀਂ ਦੁਨੀਆ ਦੇ ਇਤਿਹਾਸ ਵਿੱਚ ਇੱਕ ਐਸਾ ਸਿਆਸਤਦਾਨ ਹੋਇਆ ਜਿਹਦੀ ਗਿਨੀਜ਼ ਬੁੱਕ ਵਿੱਚ ਨਾਮ ਵੀ ਡੈਫੀਨੇਟਲੀ ਆਏਗਾ। ਉਹ ਇਹ ਸੀ, ਇੱਕ ਪਾਰਟੀ ਦੀ ਸਰਕਾਰ ਸਾਰੀ MLAs, ਮਿਨਿਸਟਰਸ ਔਰ ਚੀਫ ਮਿਨਿਸਟਰ ਰਾਤੀ ਜਨਤਾ ਪਾਰਟੀ ਦੇ ਹੈ ਔਰ ਸਵੇਰੇ ਉੱਠਦੇ ਨੂੰ ਸਾਰੇ ਕਾਂਗਰਸੀ ਹੋ ਗਏ। ਪੂਰੀ ਸਰਕਾਰ ਦਾ ਜਿਹੜਾ ਕਰੈਕਟਰ ਸੀ, ਪੂਰੀ ਸਰਕਾਰ ਦੀ ਜਿਹੜੀ ਸੋਚ, ਜਿਹੜੀ ਉਹਦੀ ਪੋਲੀਟੀਕਲ ਆਈਡੈਂਟੀਟੀ ਸੀ, ਉਹ ਰਾਤੋਂ ਰਾਤ ਹੀ ਬਦਲ ਗਈ ਔਰ ਕੋਈ ਤਿਆਗ ਪੱਤਰ ਦੇ ਕੇ ਦੁਬਾਰਾ ਮੁੱਖ ਮੰਤਰੀ ਚੁਣਨ ਦੀ ਨੌਬਤ ਨਹੀਂ ਆਈ। ਰਾਤੋਂ ਰਾਤ ਪਾਰਟੀ ਬਦਲ ਗਈ, ਪੂਰੀ ਦੀ ਪੂਰੀ ਪਾਰਟੀ ਬਦਲ ਗਈ। ऐसी मिसाल हिंदुस्तान की दुनिया 'ਚ नहीं कितने मिल सकती। इस किस्म का मौका प्रस्त सियासतदान ਸੀ, क्योंकि ਜਦੋਂ ਦੇਖਿਆ जब सरकार ਜਿਹੜੀ ਸੀ ਉਹ जनता पार्टी ਦੀ ਸੀ ਤੇ ਕਾਂਗਰਸ ਹਾਰ ਗਈ ਤੇ जनता पार्टी ਨਾਲ ਰਲ ਕੇ ਚੀਫ ਮਿਨਿਸਟਰ ਬਣ ਗਏ। ਔਰ ਜਦੋਂ ਬਾਬਾ ਜੀ ਦੀ ਰਹਿਮਤ ਹੋ ਗਈ, ਕਾਂਗਰਸ ਹਾਰ ਗਈ, ਕਾਂਗਰਸ ਜਿੱਤ ਗਈ ਅਸੀਂ ਜਾ ਕੇ, ਤੇ ਇਹਨਾਂ ਨੇ ਰਾਤੋਂ ਰਾਤ ਸਰਕਾਰ ਦਾ ਕਰੈਕਟਰ ਬਦਲ ਲਿਆ, ਕਾਂਗਰਸੀ ਹੋ ਗਏ ਜਨਤਾ ਪਾਰਟੀ ਤੋਂ। ਸੋ ਉਹ ਜਿਹੜਾ ਸੀ ਗਿਆਨੀ ਭਜਨ ਲਾਲ ਉਸ ਵੇਲੇ ਕਿਹਾ ਜਾਂਦਾ ਕਿ ਦਿੱਲੀ ਦੇ ਦਰਬਾਰ ਦੇ ਅਗਰ ਕਿਸੇ ਛੋਟੇ ਮੋਟੇ ਕਰਿੰਦੇ ਦਾ ਵੀ ਹੁਕਮ ਆਉਂਦਾ ਸੀ ਨਾ, ਤਾਂ ਉਹਨੂੰ ਵੀ ਜੈ ਸਾਹਿਬ, ਜੈ ਹਿੰਦ ਸਾਹਿਬ ਕਹਿ ਕੇ ਉਹ ਮੰਨਦਾ ਸੀ, ਕਿਉਂਕਿ ਉਹ ਮੰਨਦਾ ਸੀ ਕਿ ਅਗਰ ਦਿੱਲੀ ਦੀ ਸੱਤਾ ਜਿਹੜੀ ਹੈ ਉਹ 'ਚ ਕੋਈ ਨਾਰਾਜ਼ ਨਹੀਂ ਹੈ ਅਤੇ ਮੈਨੂੰ ਹਰਿਆਣੇ ਦੇ ਵਿੱਚ ਮੈਂ ਹੀ ਬਾਦਸ਼ਾਹ। ਉਹ ਗਿਆਨੀ ਕਿਹਾ ਜਾਂਦਾ ਕਿ ਗਿਆਨੀ ਜੈਲ ਸਿੰਘ ਨੇ ਫੋਨ ਕੀਤਾ, ਜਿੱਦਾਂ ਕਿ ਕੁਲਦੀਪ ਨਈਅਰ ਦੀ ਰਿਪੋਰਟ ਹੈ, ਔਰ ਭਿੰਡਰਾਂ ਵਾਲਿਆਂ ਨੂੰ ਚੰਦੋ ਕਲਾਂ ਤੋਂ ਨਿਕਾਲ ਕੇ ਉਹ ਮਹਿਤਾ ਚੌਕ ਗੱਡੀਆਂ ਸਰਕਾਰੀ ਛੱਡ ਕੇ ਗਈਆਂ, ਜਿਨ੍ਹਾਂ ਨੂੰ ਕਿਸੇ ਰਾਹ 'ਚ ਰੋਕਿਆ ਨਹੀਂ, ਕਿਉਂਕਿ ਉਹ ਚੀਫ ਮਿਨਿਸਟਰ ਦੀਆਂ ਪਰਸਨਲ ਕਾਰਾਂ ਸੀ ਜਿਹੜੀਆਂ ਆਫੀਸ਼ੀਅਲ ਆ। ਠੀਕ ਹੈ ਨਾ। ਅਤੇ ਇਹ ਤੋਂ ਨਜ਼ਰ ਆਉਂਦਾ ਕਿ ਸਿਆਸਤ ਜਿਹੜੀ ਸੀ ਉਹਦੇ ਵਿੱਚ ਕਿਸੇ ਨਾ ਕਿਸੇ ਪਾਸੇ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਵੀ ਸਵਾਲ ਉੱਠਦਾ ਕਿ ਉਸ ਗੱਡੀ 'ਚ ਬੈਠੇ ਕਿੱਦਾਂ, ਕਿਉਂ? ਠੀਕ ਹੈ ਨਾ। ਦੁਬਾਰਾ ਆਪਣੇ ਵੱਲੋਂ ਗੱਲ ਕਰਦਾ ਤਾਂ ਇਹ ਵੀ ਤਾਂ ਲੱਗਦਾ ਹੀ ਹੈ ਨਾ ਸਾਹਬ ਕਿ ਕੋਈ ਨਾ ਕੋਈ ਤਾਂ ਰਿਸ਼ਤਾ ਸੀ, ਕੋਈ ਨਾ ਕੋਈ ਤਾਂ ਕਨੈਕਸ਼ਨ ਸੀ। ਲੇਕਿਨ ਚੰਦੋ ਕਲਾਂ 'ਚ ਇੱਕ ਹੋਰ ਘਟਨਾ ਹੋਈ, ਉਹ ਇਹ ਹੋਈ ਕਿ ਪੁਲਿਸ ਨੇ ਰੇਡ ਕੀਤਾ ਨਾ, ਅਤੇ ਉੱਥੇ ਜਿਹੜੀ ਪਿੱਛੇ ਗੱਡੀ ਰਹਿ ਗਈ ਇਹਨਾਂ ਦੀ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਸਰੂਪ ਸੀਗੇ, ਉਹ ਕ੍ਰੋਧਿਤ ਪੁਲਿਸ ਵਾਲੇ ਨੇ ਇਹ ਦੇਖ ਕੇ ਕਿ ਭਿੰਡਰਾਂ ਵਾਲੇ ਤਾਂ ਨਿਕਲ ਗਏ, ਇੱਥੋਂ ਦੇ ਹੱਥ ਨਹੀਂ ਆਏ, ਔਰ ਸਰਕਾਰ ਨੇ ਆਰਡਰ ਕੀਤਾ ਸੀ ਗ੍ਰਿਫਤਾਰ ਕਰੋ, ਅਤੇ ਖਾਲੀ ਹੱਥੀਂ ਜਾਣਾ ਪੈ ਗਿਆ। ਉੱਥੇ ਗੋਲੀ ਚੱਲੀ, ਆਗਜ਼ਨੀ ਹੋਈ ਔਰ ਉਹ ਵੈਨ ਜਿਹੜੀ ਸੀ ਉਹਨੂੰ ਅੱਗ ਲੱਗ ਗਈ। ਉਸ ਚੀਜ਼ ਦਾ ਇਸ਼ੂ, ਜਿੱਦਾਂ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਸ਼ੂ ਬਣਾਉਂਦੇ ਨਾ, ਇਹ ਉਸ ਵੇਲੇ ਗੁਰੂ ਦੀ ਬੇਅਦਬੀ ਦਾ ਇਸ਼ੂ ਬਹੁਤ ਵੱਡੇ ਲੈਵਲ 'ਤੇ ਬਣਿਆ। ਔਰ ਇਸ ਇਸ਼ੂ ਨੇ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਇੰਨਾ ਜ਼ਿਆਦਾ ਕ੍ਰੋਧਿਤ ਕਰ ਦਿੱਤਾ ਕਿ ਉਸ ਤੋਂ ਬਾਅਦ ਉਹਨਾਂ ਦੀ ਜ਼ੁਬਾਨ ਤੋਂ ਕਿਸੇ ਕਾਂਗਰਸੀ ਦੇ ਪ੍ਰਤੀ ਕੋਈ ਨਰਮ ਸ਼ਬਦ ਨਹੀਂ ਆਇਆ, ਕਿਸੇ ਕਾਂਗਰਸੀ ਨੂੰ ਉਹਨਾਂ ਨੇ ਕਦੀ ਮੂੰਹ ਨਹੀਂ ਲਗਾਇਆ। ਪਿੱਛੋਂ ਦੀ ਖੇਲ ਜਿਹੜੀ ਚੱਲਦੀ ਸੀ, ਹੁਣ ਕਈ ਵਾਰੀ ਕੀ ਹੁੰਦਾ ਕਿ ਜਦੋਂ ਖੇਲ ਖੇਡਣ ਵਾਲੇ ਜਿਹੜੇ ਖਿਲਾੜੀ ਹੈ ਨਾ, ਉਹ ਬਹੁਤ ਜ਼ਿਆਦਾ ਵੱਡੇ ਹੁੰਦੇ ਆ,
ਜਿਹੜਾ ਅੱਗੇ ਬੰਦਾ ਪਾਤਰ ਆ ਕੇ ਬੈਠਦਾ ਉਹਨੂੰ ਤਾਂ ਪਤਾ ਵੀ ਨਹੀਂ ਲੱਗਦਾ ਕਿ ਆਸ-ਪਾਸ ਐਵੇਂ ਵਿਦਵਾਨਾਂ ਦਾ ਖੂਹ ਕਿੱਥੋਂ ਭਰ ਗਿਆ, ਕਿੱਥੋਂ ਉੱਗਣੇ ਸ਼ੁਰੂ ਹੋ ਗਏ ਨਾਲ ਦੇ ਨਾਲ ਸਲਾਹਕਾਰ, ਤੇ ਆਹ ਕਰ ਲਈਏ ਜੀ, ਆਹ ਕਰ ਲਈਏ ਜੀ, ਆਹ ਕਰ ਲਈਏ ਜੀ, ਆਹ ਕਰ ਲਈਏ ਜੀ। ਬੜੇ ਪੜ੍ਹੇ ਲਿਖੇ ਬੰਦੇ ਆ ਗਏ, ਲੜਨ ਮਰਨ ਵਾਲੇ ਆ ਗਏ, ਇਕੱਲਾ ਬੈਠਾ ਬੰਦਾ ਜਦੋਂ ਉਹ ਸਾਰੇ ਆਸ-ਪਾਸ ਤੋਂ ਉਹਦਾ ਇੱਦਾਂ ਦਾ ਬਣ ਜਾਂਦਾ ਤੇ ਉਹ ਕੌਣ ਹੈ ਕਰਨ ਵਾਲੇ, ਪਿੱਛੇ ਉਹਨੂੰ ਭੇਜਣ ਵਾਲੇ ਕੌਣ ਹੈ, ਠੀਕ ਹੈ ਨਾ। ਇਹਨਾਂ ਚੀਜ਼ਾਂ ਦਾ ਪਤਾ ਜਿਹੜਾ, ਔਰ ਹੈ ਤਾਂ ਸੰਤ ਹੀ ਸੀ ਨਾ, ਉਹਨਾਂ ਨੇ ਗੁਰਬਾਣੀ ਤੋਂ ਇਲਾਵਾ ਉਹਨਾਂ ਨੇ ਕੋਈ ਜੀਵਨ ਦੇ ਵਿੱਚ ਹੋਰ ਤਾਂ ਕੋਈ ਪੰਥ ਦੇਖਿਆ ਨਹੀਂ ਸੀ, ਹੋਰ ਤਾਂ ਰਾਹ ਦੇਖਿਆ ਨਹੀਂ ਸੀ। ਉਹਨੂੰ ਲੱਗਦਾ ਸੀ ਕਿ ਗੁਰੂ ਕਿਰਪਾ ਹੋ ਰਹੀ, ਗੁਰੂ ਕਿਰਪਾ ਜਿਹੜੀ ਸੀ ਉਹਨਾਂ 'ਤੇ ਸੀ, ਪਰ ਬਾਕੀ ਕਾਂਗਰਸ ਕਿਰਪਾ ਵੀ ਜਿਹੜੀ ਸੀ ਉਹ 2 ਨੰਬਰ ਦੇ ਵਿੱਚ ਪਿੱਛੇ ਉਹਨਾਂ ਦੇ ਆਪਣੇ ਆਪ ਹੀ ਕੰਮ ਕਰ ਰਹੀ ਸੀ, ਠੀਕ ਹੈ ਜੀ। ਚੰਦੋ ਕਲਾਂ ਵਾਲੇ ਕਾਂਡ ਤੋਂ ਬਾਅਦ ਜਦੋਂ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਹੋਈ, ਉਹ ਗ੍ਰਿਫਤਾਰੀ ਦਾ ਵੀ ਇੱਕ ਅਲੱਗ ਚੈਪਟਰ ਹੈ। ਕਦੀ ਵੀ ਇਹ ਨਹੀਂ ਹੋਇਆ ਕਿ ਕਤਲ ਦੇ ਕੇਸ ਦੇ ਵਿੱਚ ਅਗਰ ਕਿਸੇ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਜਾਣੀ ਹੋਵੇ ਤਾਂ ਉਹ ਵਿਅਕਤੀ ਡੇਟ ਦੇਵੇ ਕਿ ਇਸ ਤਰੀਕ ਨੂੰ ਆਓ ਤੇ ਮੈਨੂੰ ਗ੍ਰਿਫਤਾਰ ਕਰ ਲਓ, ਮੈਂ ਹਲੇ 4 ਦਿਨ ਆਰਾਮ ਕਰ। बोले सोनिहार।